ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਐਸਾ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬੈਠੀ ਹੋਈ ਗੁਰੂ ਰੂਪ ਸਾਧ ਸੰਗਤ ਸਰਬੱਤ ਮਾਈ ਭਾਈ ਜੋ ਹੈ ਸਮੇਂ ਦੇ ਦੌਰਾਨ ਧੰਨ ਧੰਨ ਮਹਾਂਪੁਰਖ ਬਾਬਾ ਸਿਲਵਰਾ ਸਾਹਿਬ ਜੀ ਬਾਬਾ ਡੋਗਰ ਮਹਾਬਲੀ ਜੀ ਤਿੰਨਾਂ ਦੇ ਦਰ ਸਥਾਨਾਂ 'ਤੇ ਗੁਰੂ ਕਿਰਪਾ ਅਨੁਸਾਰ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਮਹਾਰਾਜ ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਗੁਰੂ ਪਿਆਰੀ ਸਾਧ ਸੰਗਤ ਹੁਕਮ ਹੋਇਆ ਹੈ। ਜੋ ਮਹਾਂਪੁਰਖਾਂ ਦੇ ਜੀਵਨ ਦੇ ਬਾਰੇ ਇਹ ਮਹਾਰਾਜ ਨੇ ਜੋ ਕਿਰਪਾ ਕਰਵਾਈ ਹੈ ਅਤੇ ਮਹਾਂਪੁਰਖਾਂ ਦੀ ਆਪਣੀ ਰਹਿਮਤ ਦਾ ਸਦਕਾ ਜੋ ਧੰਨ ਧੰਨ ਮਹਾਂਪੁਰਖ ਬਾਬਾ ਸਿਲਵਰਾ ਸਾਹਿਬ ਜੀ ਬਾਬਾ ਡੋਗਰ ਮਹਾਬਲੀ ਜੀ ਗੁਰੂ ਕੀ ਸਾਧ ਸੰਗਤ ਕਿੰਨਾ ਸਮਾਂ ਹੋ ਗਿਆ ਉਹਨਾਂ ਦੇ ਸੰਸਾਰ 'ਤੇ ਕੌਤਕ ਕੀਤਿਆਂ ਨੂੰ ਸਰੀਰ ਕਰਕੇ। ਅਤੇ ਜਦੋਂ ਉਹਨਾਂ ਕਿਰਪਾ ਕਰਨੀ ਹੋਏ ਕੋਈ ਸਮਾਂ ਐਸਾ ਵਰਤਦਾ ਹੈ ਆਪ ਹੀ ਕੋਈ ਵਿਧ ਬਣਾ ਦਿੰਦੇ ਹਨ। ਅਤੇ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਬਾਬਾ ਜੀ ਬਾਬਾ ਮੁਖਤਾਰ ਸਿੰਘ ਜੀ ਦੇ ਨਾਲ ਮਹਾਰਾਜ ਨੇ ਮੇਲ ਕਰਵਾਇਆ। ਅਤੇ ਇਸ ਸਥਾਨ ਦੇ ਇਤਿਹਾਸ ਦੀ ਜੋ ਸ਼ੁਰੂਆਤ ਮਹਾਰਾਜ ਦੀ ਕਿਰਪਾ ਅਨੁਸਾਰ 1995 ਤੋਂ ਇਹ ਆਰੰਭ ਹੁੰਦੀ ਹੈ। ਸੋ ਗੁਰੂ ਕੀ ਸਾਧ ਸੰਗਤ ਆਪ ਜਾਣਦੇ ਹੋ ਕਿ ਧੰਨ ਧੰਨ ਮਹਾਂਪੁਰਖ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਨੂੰ ਨਰੰਗਾਵਾਦੀ ਕਰਕੇ ਸਤਿਕਾਰਿਆ ਜਾਂਦਾ ਹੈ, ਉਹਨਾਂ 'ਤੇ ਇੱਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਵਾਲਿਆਂ ਦੀ ਰਹਿਮਤ ਹੋਈ। ਕਿੰਨੀ ਵੱਡੀ ਉਹਨਾਂ ਕੋਲ ਸ਼ਕਤੀ, ਕਿੰਨਾ ਉਹਨਾਂ ਕੋਲ ਬਲ ਪ੍ਰਾਪਤ ਹੋਇਆ, ਕਿੰਨੀ ਵਡਿਆਈ ਮਿਲੀ ਹੈ। ਅਤੇ ਆਪ ਜਾਣਦੇ ਹੋ ਜਿਨ੍ਹਾਂ ਦੇ ਦਰ ਸਥਾਨਾਂ 'ਤੇ ਹਾਜ਼ਰੀਆਂ ਭਰ ਰਹੇ ਹੋ, ਇਹਨਾਂ 'ਤੇ 6 ਗੁਰੂਆਂ ਦੀ ਰਹਿਮਤ ਹੋਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਆ ਕੇ ਇਸ ਧਰਤੀ 'ਤੇ ਪਹਿਲਾਂ ਜਦੋਂ ਭਾਈ ਮਰਦਾਨਾ ਜੀ ਦੀ ਪੂਜਾ ਕਰਵਾਈ ਹੈ ਅਤੇ ਉਸ ਦਿਨ ਤੋਂ ਇਸ ਧਰਤੀ ਨੂੰ ਭਾਗ ਲੱਗਣੇ ਆਰੰਭ ਹੋ ਗਏ। ਅਤੇ ਗੁਰੂ ਪਿਆਰੀ ਸਾਧ ਸੰਗਤ ਉਹਨਾਂ ਮਹਾਂਪੁਰਖ ਬਾਬਾ ਸਿਲਵਰਾ ਸਾਹਿਬ ਜੀ ਦੇ ਪ੍ਰਥਾਏ ਇੱਥੋਂ ਜਦੋਂ ਮਰਦਾਨੇ ਦੀ ਪੂਜਾ ਕਰਵਾਈ ਅਤੇ ਸੰਗਤਾਂ ਨੇ ਮਾਣ ਸਤਿਕਾਰ ਕੀਤਾ ਅਤੇ ਸਤਿਗੁਰਾਂ ਨੇ ਫਿਰ ਜਿੰਨੀ ਵੀ ਭਾਈ ਮਰਦਾਨੇ ਦੇ ਕੋਲ ਭੇਟ ਆਈ ਸੀ ਉਹ ਉਸ ਵੇਲੇ ਸਾਰੀ ਸੰਗਤਾਂ ਵਿੱਚ ਵਰਤਾਉਣਾ ਕੀਤੀ। 3 ਦਿਨ ਅਟੁੱਟ ਲੰਗਰ ਵਰਤੇ ਅਤੇ ਮਹਾਰਾਜ ਨੇ ਬਚਨ ਕੀਤਾ ਭਾਈ ਇਸ ਸਥਾਨ 'ਤੇ ਜੋ ਵੀ ਸ਼ਰਧਾ ਧਾਰ ਕੇ ਆਵੇਗਾ ਉਹਦੀ ਆਸ ਪੂਰੀ ਹੋਵੇਗੀ। ਇੱਥੇ ਇੱਕ ਐਸਾ ਮਹਾਨ ਪੁਰਖ ਆ ਕੇ ਧਰਤੀ ਨੂੰ ਭਾਗ ਲਾਵੇਗਾ ਜਿਹਦਾ ਸੰਸਾਰ 'ਤੇ ਬਹੁਤ ਵੱਡਾ ਨਾਮ ਚਮਕੇਗਾ, ਭਗਤੀ ਅਤੇ ਸ਼ਕਤੀ ਦਾ ਮਾਲਕ ਹੋਵੇਗਾ। ਸੋ ਕਹਿਣ ਦਾ ਭਾਵ ਬਾਬਾ ਸਿਲਵਰਾ ਜੀ ਦੀ ਪ੍ਰਥਾਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਹਨ। ਅਤੇ ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਸਮਾਂ ਆਇਆ ਸੰਖੇਪ ਵਿੱਚ ਬੇਨਤੀ ਹੈ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ੍ਰੀ ਗੋਂਦਵਾਲ ਸਾਹਿਬ ਆਣ ਕੇ ਸ੍ਰੀ ਬੌਲੀ ਸਾਹਿਬ ਜੀ ਦੀ ਸੇਵਾ ਆਰੰਭ ਕਰਵਾਈ ਹੈ ਅਤੇ ਗੁਰੂ ਕੀ ਸਾਧ ਸੰਗਤ ਉਸ ਵੇਲੇ ਕੁਝ ਸਮਾਂ ਪਹਿਲਾਂ ਬਾਬਾ ਜੀ ਦਾ ਜਿਹੜਾ ਇਹ ਹੈ ਇੱਥੇ ਪ੍ਰਗਟ ਹੋਣਾ ਝੰਡੇਰ ਮਹਾਂਪੁਰਖਾਂ ਦੇ ਵਿੱਚ ਇਤਿਹਾਸ ਦੇ ਮੁਤਾਬਕ ਦੱਸਿਆ ਗਿਆ ਹੈ 1547 ਈਸਵੀ ਦੇ ਸਮੇਂ ਦੀ ਉਹ ਜਿਹੜੀ ਵਿਚਾਰ ਮਿਲਦੀ ਹੈ। ਅਤੇ ਜਦੋਂ ਗੁਰੂ ਕੀ ਸਾਧ ਸੰਗਤ ਬਚਪਨ ਦੇ ਵਿੱਚ ਮਹਾਂਪੁਰਖ ਇੱਥੋਂ ਤੁਰਦੇ ਹਨ, ਜਦੋਂ ਹੋਸ਼ ਸੰਭਾਲੀ ਹੈ ਅਤੇ ਗੋਂਦਵਾਲ ਸਾਹਿਬ ਜਾ ਕੇ ਜਿੰਨਾ ਮਨ ਕਰੇ ਸੇਵਾ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਉਹਨਾਂ ਦੇ ਸਰੂਪ ਵੱਲ ਤੱਕ ਕੇ ਨਾਮ ਜਪਦੇ ਰਹਿੰਦੇ, ਆਪਣੀ ਮਰਜ਼ੀ ਨਾਲ ਉੱਠ ਕੇ ਆ ਜਾਂਦੇ ਹਨ, ਕੋਈ ਹੋਰ ਵੱਧ ਘੱਟ ਬੋਲਦੇ ਨਹੀਂ। ਐਸੀ ਉਹਨਾਂ ਦੀ ਬਿਰਤੀ ਬਚਪਨ ਵਿੱਚ ਵੇਖ ਕੇ ਸੰਗਤਾਂ ਵਿੱਚ ਵਿਚਾਰ ਚੱਲ ਪਏ ਕਿ ਏਡਾ ਵੱਡਾ ਮਹਾਨ ਇਹ ਜਿਹੜਾ ਦਰਬਾਰ ਹੈ ਇੱਥੇ ਛੋਟਾ ਜਿਹਾ ਬੱਚਾ ਝੰਡੇਰਾ ਤੋਂ ਆਉਂਦਾ ਹੈ, ਪਰ ਇਹਦੀ ਬਿਰਤੀ ਏਡੀ ਵੱਡੀ ਜਾਪਦੀ ਹੈ। ਵੱਡੇ ਵੱਡੇ ਜਿਹੜੇ ਸਿਆਣੇ ਪੁਰਖਾਂ ਦੀ ਐਸੀ ਬਿਰਤੀ ਨਹੀਂ ਹੁੰਦੀ। ਇਹਦਾ ਕਾਰਨ ਕੀ ਹੈ? ਆਪਸ ਵਿੱਚ ਚਰਚਾ ਚੱਲਦੀ ਰਹੀ, ਪਰ ਜਦੋਂ ਭੇਦ ਨਾ ਕੋਈ ਮਿਲਿਆ ਅਤੇ ਸੰਗਤਾਂ ਨੇ ਮਹਾਰਾਜ ਗੁਰੂ ਅਮਰਦਾਸ ਜੀ ਦੇ ਪਾਸ ਬੇਨਤੀ ਕੀਤੀ
ਤੇ ਗੁਰੂ ਕੀ ਸਾਧ ਸੰਗਤਾਂ ਦੇ ਕਹਿਣ ਦੇ ਮੁਤਾਬਕ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ, ਭਾਈ ਜਿਸ ਮਹਾਂਪੁਰਖ ਦਾ ਇਹਦਾ ਸੇਵਕ ਦਾ ਜਿਹੜਾ ਆਪ ਜੀ ਨੇ ਜਿਹੜਾ ਹੈ ਸਾਰਾ ਭੇਦ ਸੁਣਨਾ ਹੈ ਤੇ ਕੋਈ ਸਮਾਂ ਇੱਥੇ ਆਰਾਮ ਦੇ ਨਾਲ ਬੈਠਣਾ ਪਵੇਗਾ। ਬਹੁਤ ਵਿਸਥਾਰ ਦਾ ਇਹਨਾਂ ਦਾ ਜੀਵਨ ਹੈ। 2 ਜਨਮ ਪਹਿਲਾਂ ਦੇ ਦੱਸਣੇ ਪੈਣਗੇ, ਫਿਰ ਇਹ ਆਪ ਜੀ ਨੂੰ ਕੁਝ ਪਤਾ ਲੱਗੇਗਾ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਪਿਛਲੇ 2 ਜਨਮਾਂ ਦਾ ਹਾਲ ਇਹਨਾਂ ਦਾ ਸੁਣਾਉਣਾ ਕੀਤਾ ਹੈ। 13 ਸਾਲ ਦੀ ਉਮਰ ਹੈ। ਬਾਬਾ ਸਿਲਵਰਾ ਸਾਹਿਬ ਜੀ ਦੀ ਬਚਪਨ ਦੇ ਵਿੱਚ ਹਨ ਤੇ ਜਦੋਂ ਅਗਲੇ ਹੁਣ ਸਮੇਂ ਦੀ ਗੱਲ ਚੱਲਣ ਲੱਗੀ ਤੇ ਉੱਥੇ ਇੱਕਦਮ ਇਹਨਾਂ ਦੇ ਅੰਦਰ ਵਿਰਾਗ ਛੁੱਟ ਪਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਟਹਿ ਪਏ। ਤੇ ਉਸ ਵੇਲੇ ਧੰਨ ਗੁਰੂ ਅਮਰਦਾਸ ਨੇ ਇਹਨਾਂ ਨੂੰ ਆਪਣੇ ਕੰਨ ਕਮਲਾਂ ਨਾਲ ਉਠਾ ਕੇ ਕਿਹਾ, ਹੇ ਪੁਰਖਾ, ਹੁਣ ਵਿਰਾਗ ਕਿਉਂ ਕਰਦਾ ਹੈ? ਉਹ ਵਿਰਾਗ ਦਾ ਸਮਾਂ ਲੰਘ ਚੁੱਕਾ ਹੈ। ਹੁਣ ਤੂੰ ਮਹਾਂਪੁਰਖ ਬਣ ਗਿਆ ਹੈ ਤੇ ਤੇਰੇ ਪਿੱਛੇ ਸਾਰਾ ਨਗਰ ਵੀ ਮਹਾਂਪੁਰਖਾਂ ਦਾ ਹੋ ਗਿਆ ਹੈ। ਚਾਰਨ ਕਰੋ ਸ੍ਰੀ ਵਾਹਿਗੁਰੂ। ਇੱਕ ਦੇ ਪਿੱਛੇ ਸਾਰੇ ਨਗਰ ਤੇ ਵਰ ਬਖਸ਼ ਦਿੱਤਾ ਮਹਾਰਾਜ ਨੇ ਬਹੁਤ ਵੱਡਾ। ਗੁਰੂ ਕੀ ਸਾਧ ਸੰਗਤ ਤੇ ਨਾਲ ਬ੍ਰਹਮ ਗਿਆਨ ਦੇ ਜਿਹੜੇ ਸਾਰੇ ਖਜ਼ਾਨੇ ਬਖਸ਼ ਦਿੱਤੇ। ਉਹਨਾਂ ਕਿਹਾ, ਹੁਣ ਤੂੰ ਨਾਮ ਜਪਣਾ ਤੇ ਸੰਗਤਾਂ ਦੇ ਇੱਥੇ ਵਿੱਚ ਪ੍ਰਚਾਰ ਕਰਨਾ, ਧਰਮ ਦਾ, ਗੁਰੂ ਕਾ ਜਸ ਕਰਨਾ, ਲੰਗਰ ਚਲਾਉਣਾ, ਹਰਕ ਦਾ ਭਲਾ ਕਰਨਾ, ਗੁਰੂ ਸੰਗਤਾਂ ਤੋਂ ਗੁਰੂ ਚਰਨਾਂ ਦੇ ਨਾਲ ਜੋੜਨਾ ਕਰਨਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਕਾਫੀ ਸਮਾਂ ਇਸ ਸਥਾਨ ਤੇ ਮਹਾਂਪੁਰਖਾਂ ਤਪ ਕੀਤਾ ਤੇ ਫਿਰ 5ਵੇਂ ਪਾਤਸ਼ਾਹ ਜੀ ਤੱਕ ਸ਼ਾਂਤਮਈ ਵਿੱਚ ਰਹਿ ਕੇ ਤੇ ਸੰਤ ਮਤ ਦੇ ਵਿੱਚ ਸੰਗਤਾਂ ਨੂੰ ਤਾਰਨਾ ਕੀਤਾ ਹੈ। ਬੜੇ ਦੂਰੋਂ ਦਰਾਡਿਓਂ ਸੰਗਤਾਂ ਆ ਕੇ ਦਰਸ਼ਨ ਦਿਦਾਰੇ ਕਰਕੇ ਲਾਹਾ ਪ੍ਰਾਪਤ ਕਰਦੀਆਂ ਰਹੀਆਂ। ਤੇ ਫਿਰ ਸਮਾਂ ਆਇਆ ਜੋ ਆਪ ਜੀ ਜਾਣਦੇ ਹੋ, ਡੋਗਰਾਂ ਦਾ ਲੜਕਾ ਬਾਬਾ ਡੋਗਰ ਮਹਾਬਲੀ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਸ ਸਥਾਨ ਦੇ ਨੇੜੇ ਆਪਣਾ ਮਾਲ ਚਾਰਦਾ ਹੋਇਆ ਆਇਆ ਤੇ ਉਹਨੂੰ ਪਤਾ ਲੱਗਾ ਇੱਧਰ ਸੰਗਤਾਂ ਕਿੱਧਰ ਜਾ ਰਹੀਆਂ ਹਨ। ਪੁੱਛਣ ਤੇ ਉਹਨਾਂ ਦੱਸਿਆ, ਇੱਥੇ ਬੜੇ ਵੱਡੇ ਸਤਿਪੁਰਖ ਰਹਿੰਦੇ ਹਨ ਤੇ ਉਹਨਾਂ ਦੇ ਦਰਸ਼ਨ ਕਰਕੇ ਜਿਹੜੀਆਂ ਸਾਰੀਆਂ ਮਨ ਦੀਆਂ ਭਾਵਨਾ ਪੂਰਨ ਹੋ ਜਾਂਦੀਆਂ ਹਨ। ਉਹਨਾਂ ਦੇ ਮਨ ਵਿੱਚ ਖਿੱਚ ਪਈ। ਆ ਕੇ ਜਦੋਂ ਦਰਸ਼ਨ ਦਿਦਾਰੇ ਕੀਤੇ ਤੇ ਇਹਨਾਂ ਦੇ ਦਰਦ ਹੀ ਹੋ ਗਿਆ ਤੇ ਆਪਣੇ ਪਰਿਵਾਰ ਨੂੰ ਕਹਿ ਦਿੱਤਾ, ਅੱਜ ਤੋਂ ਮੈਂ ਜਿਹੜੀ ਪਰਿਵਾਰ ਦੀ ਆਪਣੇ ਮਾਲ ਦੀ ਡਿਊਟੀ ਕਰਦਾ ਹਾਂ, ਇਹ ਹੁਣ ਮੈਂ ਨਹੀਂ ਕਰ ਸਕਦਾ। ਮੈਂ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿਣਾ ਹੈ। ਮੈਨੂੰ ਹੁਣ ਅਸਲ ਪੂਰਾ ਮੇਰਾ ਸਾਥੀ ਲੋਕ ਪਰਲੋਕ ਦਾ ਮਿਲ ਗਿਆ ਹੈ ਤੇ ਮੈਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਹੈ। ਗੁਰੂ ਪਿਆਰੀ ਸਾਧ ਸੰਗਤ, ਸਮਾਂ ਆਇਆ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਅਨੁਸਾਰ ਜਦੋਂ ਸੰਤ ਸਿਪਾਹੀ ਆਪਣੇ ਸੇਵਕਾਂ ਨੂੰ ਬਣਾਉਣਾ ਕੀਤਾ, ਸਮੇਂ ਦੀ ਚਾਲ ਵੇਖ ਕੇ ਜਦੋਂ ਸ਼ਾਂਤੀ ਨੂੰ ਖਤਰਾ ਹੋਇਆ ਤੇ ਨਾਲ ਵੀਰ ਰਸ ਜਿਹੜਾ ਸੀ ਪ੍ਰਗਟਾਉਣਾ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ। ਮਹਾਰਾਜ ਇਸ ਪ੍ਰਕਾਰ ਸਿੱਖਾਂ ਨੂੰ ਹੁਕਮਨਾਮੇ ਭੇਜੇ। ਆਪ ਸੰਗਤਾਂ ਜਾਣਦੀਆਂ ਔਰ ਸੰਖੇਪ ਵਿੱਚ ਬੇਨਤੀ ਹੈ, ਉਸ ਸਮੇਂ ਜਦੋਂ ਮਹਾਰਾਜ ਆਉਣ ਵਾਲੇ ਸਮੇਂ ਨੂੰ ਵਿਚਾਰਦੇ ਹੋਏ ਉਹ ਬਹਾਨਾ ਐਸਾ ਬਣਿਆ ਤੇ ਮਹਾਰਾਜ ਨੂੰ ਦਿੱਲੀ ਆਗਰੇ ਦੀ ਧਰਤੀ ਵੱਲ ਜਾਣਾ ਪਿਆ। ਉਸ ਸਮੇਂ ਸ੍ਰੀ ਗੋਂਦਵਾਲ ਸਾਹਿਬ ਆ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਕਿ ਬਹੁਤ ਵੱਡਾ ਸਥਾਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ ਤੇ ਇੱਥੇ ਜਿਹੜੇ ਹਨ ਬਹੁਤ ਪਾਪ ਕਰਨ ਵਾਲੇ ਲੋਕ ਰਹਿੰਦੇ ਹਨ, ਜਿਹੜੇ ਰੋਜ਼ ਜਿਵੇਂ ਲਾਹੌਰ ਦੇ ਵਿੱਚ ਗਊਆਂ ਹਲਾਲ ਕੀਤੀਆਂ ਜਾਂਦੀਆਂ ਸੀ, ਇਸੇ ਪ੍ਰਕਾਰ ਇੱਥੇ ਗਊਆਂ ਦਾ ਕਤਲੇਆਮ ਹੁੰਦਾ ਸੀ ਰੋਜ਼। ਜਿਵੇਂ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਦੱਸਣਾ ਕੀਤਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਤੇ ਮਹਾਰਾਜ ਨੇ ਕਿਹਾ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਉਹ ਜਿਹੜਾ ਵਚਨ ਗੁਰੂ ਅਮਰਦਾਸ ਜੀ ਨੇ ਮੁੜ ਕੇ ਬਖਸ਼ਾਉਣਾ ਕੀਤਾ ਹੈ ਮਹਾਰਾਜ ਦੇ ਅੱਗੇ ਬੇਨਤੀ ਕਰਕੇ, ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਉਸੇ ਨਗਰ ਵਿੱਚ ਪ੍ਰਗਟ ਹੋਏ ਸਨ। ਇਸੇ ਪ੍ਰਕਾਰ ਇਸ ਧਰਤੀ ਤੇ ਆ ਕੇ ਮਹਾਰਾਜ ਜੀ ਨੇ ਹੁਣ ਅੰਤਰ ਧਿਆਨ ਹੋ ਕੇ ਵੇਖਿਆ ਕਿ ਇਹ ਬਹੁਤ ਵੱਡਾ ਪਾਪ ਕਰਨ ਵਾਲੇ ਲੋਕ ਬੜੇ ਹੈਂਕੜ ਵਿੱਚ ਅਨੰਕਾਰੀ ਹਨ। ਇਹ ਆਮ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ। ਗੁਰੂ ਪਿਆਰੀ ਸਾਧ ਸੰਗਤ, ਉਸ ਵੇਲੇ ਇਹਨਾਂ ਮਹਾਂਪੁਰਖਾਂ ਤੇ ਉਹਨਾਂ ਦੀ ਦ੍ਰਿਸ਼ਟੀ ਆਈ ਤੇ ਮਹਾਰਾਜ ਉਸ ਵੇਲੇ ਆਪਣੇ ਸਿੱਖਾਂ ਸਮੇਤ ਪਹਿਲੀ ਵਾਰ ਉਸ ਰੂਪ ਦੇ ਵਿੱਚ ਇੱਥੇ ਆ ਕੇ ਮਹਾਂਪੁਰਖਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਤੇ ਮਹਾਂਪੁਰਖਾਂ ਨੇ ਬੜਾ ਸਤਿਕਾਰ ਮਾਣ ਕੀਤਾ, ਬੜੇ ਖੁਸ਼ ਹੋਏ। ਕਹਿਣ ਲੱਗੇ, ਮਹਾਰਾਜ ਅੱਜ ਬੜੀ ਭਾਗ ਲਾਇਆ, ਇਸ ਧਰਤੀ ਨੂੰ ਖੁਸ਼ੀ ਬਖਸ਼ੀ ਹੈ। ਸਤਿਗੁਰੂ ਜੀ ਕਹਿੰਦੇ, ਮਹਾਂਪੁਰਖੋ ਇੱਥੇ ਆਉਣ ਦਾ ਸਾਡਾ ਅੱਜ ਮੁੱਖ ਕਾਰਨ ਇਹ ਹੈ ਕਿ ਤੁਹਾਡੇ ਲਾਗੇ ਇੱਥੇ ਬਹੁਤ ਗੁਰੂ ਅਮਰਦਾਸ ਜੀ ਦੇ ਰਾਜ ਤੀਰਥ ਜਿਹਨੂੰ ਕਿਹਾ ਜਾਂਦਾ ਸਥਾਨ ਤੇ ਵੱਡਾ ਪਾਪ ਹੋ ਰਿਹਾ ਹੈ।
ਰੋਜ਼ ਬੁੱਚੜ ਗਊਆਂ ਹਲਾਲ ਕਰਦੇ ਹਨ, ਇਹ ਕੰਮ ਅਯੋਗ ਹੈ। ਸਾਡੀ ਡਿਊਟੀ ਪਰਮੇਸ਼ਰ ਨੇ ਕਈ ਪਾਸੇ ਹੋਰ ਲਾਈ ਹੈ ਤੇ ਅਸੀਂ ਇਹ ਤੁਹਾਡੇ ਜਿੰਮੇ ਗੱਲ ਲਾ ਰਹੇ ਹਾਂ। ਆਪ ਜੀ ਨੇ ਇਹ ਕੰਮ ਕਰਾਉਣਾ, ਇਥੋਂ ਪਾਪ ਬੰਦ ਕਰਵਾਉਣਾ ਹੈ। ਪ੍ਰੇਮ ਦੇ ਨਾਲ ਜਾ ਕੇ ਉਹਨਾਂ ਨੂੰ ਵਚਨ ਕਰਨਾ ਕਰੋ। ਜੇ ਨਾ ਹੋਵੇ ਭਾਵੇਂ ਸਖਤੀ ਕਰਨੀ ਪਵੇ, ਪਰ ਇਹ ਪਾਪ ਇਥੋਂ ਰੋਕਣਾ ਪਵੇਗਾ। ਉਸ ਵੇਲੇ ਗੁਰੂ ਕੀ ਸਾਧ ਸੰਗਤ ਮਹਾਰਾਜ ਜੀ ਨੇ ਆਪਣੇ ਕੋਲੋਂ ਸ਼ਸਤਰ ਮਹਾਂਪੁਰਖਾਂ ਨੂੰ ਦੋਵਾਂ ਨੂੰ ਆਪ ਬਖਸ਼ੇ ਹਨ। ਬਾਬਾ ਡੋਗਰ ਮਹਾਬਲੀ ਜੀ, ਬਾਬਾ ਸਿਲਵਰਾ ਜੀ ਨੂੰ, ਬਾਬਾ ਸਿਲਵਰਾ ਜੀ ਦੀ ਜਿਹੜੇ ਬਿਰਧ ਅਵਸਥਾ ਹੈ ਤੇ ਉਸ ਵੇਲੇ ਗੁਰੂ ਕੀ ਸਾਧ ਸੰਗਤ ਉਹ ਜਿਹੜਾ ਸੇਲਾ ਸ਼ਸਤਰ ਬਖਸ਼ਿਆ ਹੈ, ਕਈਆਂ ਨੂੰ ਹੁਣ ਭੁਲੇਖਾ ਹੈ ਤੇ ਆਮ ਕਰਕੇ ਕਈ ਕਹਿ ਦਿੰਦੇ ਹਨ ਕਿ ਇਹ ਸੇਲੇ ਨਾਲ ਜੰਗ ਕੀਤਾ ਤਾਂ ਸੇਲਾ ਇਹਨਾਂ ਸੇਲੇ ਵਾਰਾ ਨਾ ਹੋਇਆ। ਕਈ ਕਹਿੰਦੇ ਸਿਲ ਦੇ ਉੱਤੇ ਸੇਲਾ ਰਗੜਦੇ ਰਹੇ, ਪਰ ਗੁਰੂ ਕੀ ਸਾਧ ਸੰਗਤ ਜੋ ਮਹਾਂਪੁਰਖਾਂ ਦੀ ਲਿਖਤ ਵਿੱਚੋਂ ਪਤਾ ਲੱਗਾ, ਜਾਣਕਾਰੀ ਮਿਲੀ ਹੈ। ਜਨਮ ਸਾਖੀ 622 ਪੰਨੇ ਦੀ ਲੜੀਵਾਰ ਉਹ ਪੁਰਾਤਨ ਪੋਥੀ ਹੈ, ਜਿਸ ਵਿੱਚ ਕਈਆਂ ਨਗਰਾਂ ਦਾ ਇਤਿਹਾਸ ਹੈ ਤੇ ਉਹਦੇ ਵਿੱਚੋਂ ਜਿਹੜਾ ਪਤਾ ਲੱਗਾ ਇਹਨਾਂ ਦਾ ਬਚਪਨ ਦਾ ਨਾਂ ਸੇਲਵਰਾ ਹੈ। ਕਈ ਇਹਨਾਂ ਨੂੰ ਪ੍ਰੇਮ ਨਾਲ ਸੇਲੂ ਵੀ ਕਹਿੰਦੇ ਰਹੇ, ਪਰ ਸੇਲਵਰਾ ਨਾਂ ਮੁੱਢਲਾ ਹੈ। ਇਸ ਪ੍ਰਕਾਰ ਉਹ ਜਿਹੜਾ ਸੇਲਾ ਸ਼ਸਤਰ 6ਵੇਂ ਪਾਤਸ਼ਾਹ ਵੇਲੇ ਇਹਨਾਂ ਨੂੰ ਬਖਸ਼ਿਸ਼ ਹੋਇਆ ਹੈ, ਨਾ ਇਹਨਾਂ ਦਾ ਪਹਿਲਾਂ ਹੀ ਇਹ ਸੀ। ਸੋ ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਨਾਲ ਸ੍ਰੀ ਸਾਹਿਬ ਢਾਲ ਬਾਬਾ ਡੋਗਰ ਮਹਾਬਲੀ ਜੀ ਨੂੰ ਵਰਸ਼ਾ ਆਦਿਕ ਸ਼ਸਤਰ ਸ੍ਰੀ ਸਾਹਿਬ ਬਖਸ਼ਣਾ ਕੀਤੇ, ਨਾਲ ਇਹਨਾਂ ਦੀ ਜੁਗਤੀ ਦੱਸਣਾ ਕੀਤੀ। ਇਸ ਪ੍ਰਕਾਰ ਸ਼ੁਭ ਸਿੱਖਿਆ ਦੇ ਕੇ ਮਹਾਰਾਜ ਜੀ ਅੱਗੇ ਦਿੱਲੀ ਆਗਰੇ ਵੱਲ ਰਵਾਨਾ ਹੋਏ, ਸੰਗਤਾਂ ਨੂੰ ਉਤਾਰਨ ਵਾਸਤੇ, ਸ਼ੁਭ ਕਾਰਜ ਕਰਨ ਵਾਸਤੇ। ਤੇ ਗੁਰੂ ਕੀ ਸਾਧ ਸੰਗਤ ਮਹਾਂਪੁਰਖਾਂ ਨੇ ਜਾ ਕੇ ਜਿਹੜਾ ਇੱਥੇ ਆਮ ਸੰਗਤਾਂ ਨੂੰ ਭੁਲੇਖਾ ਹੈ, ਕਿਉਂਕਿ ਪਹਿਲੀ ਵਾਰ ਜਦੋਂ ਬਾਬਾ ਦਇਆ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੇ ਕੋਲ ਹਾਜ਼ਰ ਹੋਣਾ ਕੀਤਾ, ਬਾਬਾ ਮੁਖਤਾਰ ਸਿੰਘ ਜੀ ਦੇ ਨਾਲ ਤੇ ਬਾਬਾ ਝਲੇਰ ਜੀ, ਜਿਨ੍ਹਾਂ ਨੂੰ ਬਾਬਾ ਅਵਤਾਰ ਸਿੰਘ ਉਹਨਾਂ ਦਾ ਨਾਂ ਹੈ, ਬਾਬਾ ਦਇਆ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਰਹੇ। ਉਹਨਾਂ ਕੋਲ ਜਾ ਕੇ ਇਹ ਜਿਹੜਾ ਸੀ ਜਿੰਨਾ ਕੁ ਜਾਣਕਾਰੀ ਮਿਲੀ, ਉਹਨਾਂ ਦੇ ਕੋਲ ਇਤਿਹਾਸ ਹਾਜ਼ਰ ਕੀਤਾ ਤੇ ਮਹਾਂਪੁਰਖਾਂ ਪਹਿਲਾਂ ਹੀ ਜਾਂਦਿਆਂ ਕਿਹਾ ਝਲੇਰ ਸਾਰੇ ਇਕੱਠੇ ਹੋ ਗਏ, ਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਗੁਰੂ ਕੀ ਸਾਧ ਸੰਗਤ ਉਸ ਵੇਲੇ ਵੇਖਿਆ ਗਿਆ। ਫਿਰ ਬਾਅਦ ਵਿੱਚ ਉਹੀ ਵਾਕਿਆ ਜੋ ਮਹਾਂਪੁਰਖਾਂ ਵਚਨ ਕੀਤਾ ਸੀ, ਜਿੱਥੇ ਜਿੱਥੇ ਵੀ ਮਿਲਾਪ ਮਹਾਂਪੁਰਖਾਂ ਨੇ ਸਤਿਗੁਰੂ ਨੇ ਕਰਵਾਇਆ ਹੈ, ਉੱਥੇ ਹੀ ਸੰਗਤਾਂ ਅੱਗੇ ਤਿਆਰ ਹਨ ਕਿ ਮਹਾਂਪੁਰਖਾਂ ਦੇ ਜੀਵਨ ਬਾਰੇ ਕੁਝ ਪਤਾ ਲੱਗ ਸਕੇ। ਸੁਣੀ ਸੁਣਾਈ ਜੋ ਮਿਥਿਹਾਸਕ ਜਾਂ ਕਿਸੇ ਤਰ੍ਹਾਂ ਕਹਿ ਲਈਏ ਪਿੱਛੋਂ ਜੋ ਗੱਲ ਚੱਲਦੀ ਆਉਂਦੀ ਸੀ, ਪਰ ਕਿਸੇ ਵੀ ਥਾਂ ਤੋਂ ਹਵਾਲਾ ਇਹ ਲਿਖਤੀ ਨਹੀਂ ਮਿਲਿਆ। ਇਹ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਰਹਿਮਤ ਕੀਤੀ ਆਪਣੇ ਤੇ ਇਹ ਬਹੁਤ ਸੰਗਤਾਂ ਵਾਸਤੇ ਪਰਉਪਕਾਰ ਕੀਤਾ। ਇਹ ਹਵਾਲਾ ਆਪਾਂ ਨੂੰ ਪ੍ਰਾਪਤ ਹੋਇਆ ਤੇ ਗੁਰੂ ਕੀ ਸਾਧ ਸੰਗਤ ਫਿਰ ਉਸ ਵੇਲੇ ਤੋਂ ਇਹ ਇਤਿਹਾਸ ਦੀ ਆਰੰਭਤਾ ਹੁੰਦੀ ਹੈ। ਤੇ 6ਵੇਂ ਪਾਤਸ਼ਾਹ ਜੀ ਨੇ ਜੋ ਹੁਕਮ ਕੀਤਾ ਸੀ, ਬਾਬਾ ਜੀ ਨੇ ਪਹਿਲਾ ਜੰਗ ਜਿੱਥੋਂ ਆਰੰਭ ਕੀਤਾ ਹੈ, ਗਊਆਂ ਦਾ ਜੰਗ ਕਰਦੇ ਸ਼ਹੀਦ ਨਹੀਂ ਹੋਏ, ਇਹ ਜੰਗ ਪਹਿਲਾਂ ਇੱਥੋਂ ਆਰੰਭ ਹੁੰਦਾ ਹੈ। ਤੇ ਉਸ ਵੇਲੇ ਪਹਿਲੀ ਜਿਹੜੀ ਟੱਕਰ ਛੋਟੀ ਹੋਈ ਹੈ, ਕਿਉਂਕਿ ਜਦੋਂ ਜਾ ਕੇ ਮਹਾਂਪੁਰਖਾਂ ਕਿਹਾ ਤੇ ਅੱਗੋਂ ਬਹੁਤ ਹੰਕਾਰ ਵਿੱਚ ਬੋਲੇ, ਉਹ ਉਹਨਾਂ ਦਾ ਬਚਨ ਨਹੀਂ ਸੀ ਸਹਾਰ ਸਕਦੇ ਤੇ ਫਿਰ ਸਖਤੀ ਹੋ ਗਈ, ਮਾਰੋ ਮਾਰ ਹੋ ਗਈ। ਉਸ ਵੇਲੇ ਜਿਹੜੇ ਕੁਝ ਮਾਰੇ ਗਏ, ਕੋਈ ਵੱਡੇ ਗਏ, ਕੋਈ ਰੁੜ ਗਏ ਦਰਿਆ ਦੇ ਵਿੱਚ। ਕੁਝ ਜਿਹੜੇ ਬਚੇ ਉਹਨਾਂ ਜਾ ਕੇ ਦਿੱਲੀ ਸ਼ਿਕਾਇਤ ਕੀਤੀ, ਉੱਥੋਂ ਫੌਜ ਚੜ੍ਹ ਕੇ ਆਈ। ਫਿਰ ਇਸ ਸਥਾਨ ਦੇ ਜਿੱਥੇ ਹੁਣ ਦਰਬਾਰ ਬਣਿਆ, 16 ਕਿੱਲਿਆਂ ਵਿੱਚ ਘੇਰਾ ਪਿਆ। ਇਹ ਪਹਿਲੀ ਬਾਬਾ ਜੀ ਦੀ ਜਿਹੜੀ ਲੜਾਈ ਹੈ ਧਰਮ ਦੇ ਵਾਸਤੇ। ਤੇ ਜਿਹੜਾ ਆਪਣੇ ਲਾਗੇ ਨਗਰ ਧੂੰਦਾ ਹੈ, ਇਸ ਨਗਰ ਦੇ ਵਿੱਚੋਂ ਹੀ ਗੁਰਮੁਖ ਪਿਆਰੇ ਜਿਹੜੇ ਆ ਕੇ ਜੰਗ ਦੇ ਵਿੱਚ ਜਿਨ੍ਹਾਂ ਹਾਜ਼ਰੀ ਲਵਾਈ ਬਾਬਾ ਜੀ ਦੀ ਸੇਵਾ ਵਿੱਚ, ਉਹਨਾਂ ਵਿੱਚੋਂ ਜਿਹੜੇ ਬਚੇ ਉਹਨਾਂ ਨੂੰ ਫੱਟੜ ਕਿਹਾ ਜਾਂਦਾ। ਅੱਜ ਵੀ ਤੁਸੀਂ ਜਾਣਦੇ ਉਹਨਾਂ ਦੀ ਅੱਲ ਫੱਟੜ ਤਾਂ ਪਈ ਹੈ। ਇਹ ਪਹਿਲੇ ਜੰਗ ਦੀ ਨਿਸ਼ਾਨੀ ਯਾਦਗਾਰ ਹੈ। ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਇਹ ਜੰਗ ਫਤਿਹ ਹੋਇਆ। ਤੇ ਹੁਣ ਬੇਨਤੀ ਸੰਖੇਪ ਵਿੱਚ ਅੱਗੇ ਇਹ ਹੈ, ਸਮਾਂ ਆਇਆ ਕਿ ਇੱਧਰ ਬਾਬਾ ਡੋਗਰ ਮਹਾਬਲੀ ਜੀ ਦੇ ਵਿਆਹ ਦਾ ਸਮਾਂ ਆਇਆ ਹੈ, ਉੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜਿਹੜੇ ਕੋਈ ਸਿੱਖਾਂ ਨੇ ਆਪਣੇ ਬਾਹਰਲੇ ਇਲਾਕੇ 'ਚੋਂ, ਆਪ ਜਾਣਦੇ ਹੋ ਕਾਬਲ ਵੱਲੋਂ ਘੋੜੇ ਲਿਆਂਦੇ ਸੀ ਬੜੇ ਕੀਮਤੀ। ਉਹ ਜਿਹੜੇ ਲਾਹੌਰ ਦੇ ਹਾਕਮਾਂ ਨੇ ਜੋਰਾ ਜਬਰੀ ਖੋਹ ਲਏ ਤੇ ਬਾਬਾ ਬਿਧੀ ਚੰਦ ਬਹਾਦਰ ਜੀ ਨੂੰ ਮਹਾਰਾਜ ਨੇ ਕਿਰਪਾ ਕਰਕੇ ਮਾਣ ਬਖਸ਼ਿਆ ਤੇ ਉਹਨਾਂ ਨੇ ਦੋਵੇਂ ਘੋੜੇ ਗੁਰੂ ਘਰ ਦੇ ਵਾਪਸ ਲਿਆਂਦੇ। ਕਈ ਕਹਿੰਦੇ ਜੀ ਚੋਰੀ ਕੱਢ ਕੇ ਕਲੇ 'ਚੋਂ ਲਿਆਏ। ਚੋਰੀ ਗੁਰੂ ਕੀ ਸੰਗਤ ਉਹ ਹੁੰਦੀ ਹੈ ਜਿਹੜੀ ਕਿਸੇ ਦੀ ਵਸਤੂ ਜਿਹੜੀ ਲਿਆਉਣੀ ਹੈ ਚੋਰੀ ਕਰਕੇ। ਇਹ ਗੁਰੂ ਘਰ ਦੀ ਮਾਨਤ ਗਈ ਵਾਪਸ ਕੋਈ ਲਿਆਉਂਦਾ। ਸਿਆਣੇ ਕਹਿੰਦੇ ਚੋਰਾਂ ਦੀ ਗਈ ਕੋਈ ਚੀਜ਼ ਵਾਪਸ ਨਹੀਂ ਕਰਦਾ, ਪਰ ਉਹਨਾਂ ਨੇ ਉਹ ਕੰਮ ਕਰਕੇ ਵਿਖਾ ਦਿੱਤੇ ਜਿਹੜੇ ਹੋਰ ਕਿਸੇ ਦੇ ਹਿੱਸੇ ਵਿੱਚ ਨਹੀਂ ਆਏ। ਇਸ ਕਰਕੇ ਗੁਰੂ ਕੀ ਸਾਧ ਸੰਗਤ ਉਹ ਘੋੜੇ ਲਿਆਉਣ ਕਰਕੇ ਬਾਬਾ ਜੀ ਦਾ ਜੀਵਨ ਪੜ੍ਹੀਏ ਤੇ ਉੱਥੇ ਕਿਤੇ ਵੀ ਉਹਨਾਂ ਨੇ ਇੱਕ ਝੂਠ ਨਹੀਂ ਬੋਲਿਆ। ਬਚਨ ਇੰਨੇ ਢੰਗ ਦੇ ਨਾਲ ਕਰਦੇ ਰਹੇ, ਸੱਚ ਬੋਲਿਆ ਹੈ।
ਤੇ ਉਹਨਾਂ ਆਪਣਾ ਟਿਕਾਣਾ ਵੀ ਦੱਸ ਦਿੱਤਾ, ਸਾਰਾ ਪਤਾ ਦੱਸ ਦਿੱਤਾ। ਇਸ ਕਰਕੇ ਪਿੱਛੋਂ ਫੌਜ ਚੜ੍ਹ ਕੇ ਆਈ। ਜਦੋਂ ਲਲਾ ਬੇਗ ਉਹਨਾਂ ਦਾ ਕਮਾਂਡਰ ਬਣ ਕੇ ਆਇਆ ਹੈ ਤੇ ਇੱਥੇ ਜਿਹੜਾ ਹੈ ਪਹਿਲਾਂ ਨਥਾਣੇ ਦੀ ਢਾਬ 'ਤੇ ਮਹਾਰਾਜ ਜੀ ਨੇ ਰਾਏ ਜੋਧ ਕੋਲੋਂ ਸਿੱਖ ਕੋਲੋਂ ਪੁੱਛਿਆ ਟਿਕਾਣਾ। ਉਹ ਢਾਬ 'ਤੇ ਜਾ ਕੇ ਆਪਣਾ ਜਿਹੜਾ ਸੀ ਸਾਰਾ ਫੌਜ ਦੀ ਰਸਤ ਪਾਣੀ ਦਾ, ਸਿੱਕੇ ਗੋਲੀ ਦਾ ਜਿਹੜਾ ਅਸੀਂ ਸਟੋਰ ਕੀਤਾ। ਉੱਥੋਂ ਫੌਜ ਦੀ ਜਿੰਨੀ ਲੋੜ ਹੈ ਇੱਥੇ ਫਿਰ ਗੁਰੂ ਕੀ ਮਹਾਰਾਜ ਦੀ ਜਿਹੜੀ ਜੂਹ ਹੈ ਇੱਥੇ ਆਣ ਕੇ ਸਾਰੀ ਫੌਜ ਤਿਆਰ ਹੋਈ ਹੈ। ਇੱਥੇ ਫਿਰ ਉਹ ਮੁਕਾਬਲਾ ਹੋਇਆ ਜਿਹੜਾ ਤੀਜਾ ਜੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਹਾਰਾਜ ਵਿੱਚ ਕੀਤਾ ਹੈ। ਤੇ ਗੁਰੂ ਕੀ ਸਾਧ ਸੰਗਤ ਉਸ ਵੇਲੇ ਉੱਧਰੋਂ ਫੌਜਾਂ ਤਿਆਰ ਬਰ ਤਿਆਰ ਹਨ। ਇੱਧਰੋਂ ਬਾਬਾ ਡੋਗਰ ਮਹਾਬਲੀ ਜੀ ਜਦੋਂ ਆਪਣੇ ਵਿਆਹ ਦੀ ਤਿਆਰੀ ਵਿੱਚ ਜਾਣ ਲੱਗੇ ਹਨ, ਜੰਝ ਲੈ ਕੇ। ਅਸੀਂ ਅੱਜ ਬਰਾਤ ਕਹਿ ਦਿੰਦੇ ਹਾਂ, ਮਾਫ਼ ਕਰਨਾ, ਆਜ਼ਾਦ ਰੱਖਣ ਵਾਲਾ ਬਚਨ ਗੁਰੂ ਦਾ ਹੈ। ਸਾਡੇ ਗੁਰੂ ਨੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਤ ਨਹੀਂ ਲਿਖੀ, ਜੰਝ ਲਿਖੀ ਹੈ। ਜੋ ਗੁਰੂ ਕੀ ਇਹ ਸਾਨੂੰ ਆਗਿਆ ਹੈ, ਅਸੀਂ ਖੁਸ਼ੀ ਨਾਲ ਬਰਾਤ ਕਹਿ ਦਿੰਦੇ, ਬਰਾਤ ਸਾਡੀ ਬੋਲੀ ਨਹੀਂ। ਮਹਾਰਾਜ ਕਿਰਪਾ ਕਰਨ। ਸੋ ਬਾਬਾ ਜੀ ਦੀ ਜਦੋਂ ਜੰਝ ਦੀ ਤਿਆਰੀ ਹੋਈ, ਇਹਨਾਂ ਦੀ ਇੱਕ ਰੀਤ ਹੈ। ਇਹਨਾਂ ਦੀ ਮਾਤਾ ਇਹਨਾਂ ਨੂੰ ਤੁਰਨ ਲੱਗਿਆ ਦੁੱਧ ਪਿਆਉਣ ਲੱਗੀ, ਤੇ ਜਦੋਂ ਦੁੱਧ ਦੇ ਵਿੱਚ ਇਹਨਾਂ ਨੂੰ ਲਹੂ ਨਜ਼ਰ ਆਇਆ ਹੈ, ਇਹਨਾਂ ਨੂੰ ਬਚਨ ਯਾਦ ਆ ਗਿਆ। ਇਹ ਕਹਿਣ ਲੱਗੇ, ਭਾਈ ਮੈਂ ਹੁਣ ਵਿਆਹ ਦੇ ਵਿੱਚ ਨਹੀਂ ਸ਼ਾਮਲ ਹੋ ਸਕਦਾ। ਮੇਰੇ ਨਾਲ ਦੇ ਮਹਾਂਪੁਰਖ ਜਿਹੜੇ ਹਨ ਇਸ ਵੇਲੇ ਕਿਸੇ ਖਾਸ ਸਮੇਂ ਦੇ ਵਿੱਚ ਉਹ ਰੁਕੇ ਹੋਏ ਹਨ, ਤੇ ਮੈਂ ਉਹਨਾਂ ਦੀ ਭਾਲ ਕਰਕੇ ਉੱਧਰੇ ਚੱਲਿਆ ਹਾਂ। ਬੜਾ ਰੁਕਿਆ, ਸੰਬੰਧੀਆਂ ਰਿਸ਼ਤੇਦਾਰਾਂ ਪਰ ਇਹ ਨਹੀਂ ਰੁਕੇ। ਉਹਨਾਂ ਦੇ ਅੱਗੇ ਅਰਦਾਸ ਕਰਕੇ ਜਿਉਂ ਘੋੜਾ ਭਜਾਇਆ ਹੈ ਮੰਜ਼ਲੋ ਮੰਜ਼ਲੀ, ਉਹ ਗੁਰੂ ਕੇ ਮਹਾਰਾਜ ਦੀ ਜੂਹ ਵਿੱਚ ਪਹੁੰਚ ਗਏ। ਤੇ ਉਸ ਵੇਲੇ ਬਾਬਾ ਜੇਠਾ ਜੀ ਸਿੰਧਵਾਂ ਵਾਲੇ ਤੇ ਬਾਬਾ ਸਿਲਵਰਾ ਜੀ ਇਹ ਦੋਵੇਂ ਬਿਰਧ ਅਵਸਥਾ ਹਨ। ਤੇ ਮਹਾਰਾਜ ਕਹਿਣ ਲੱਗੇ, ਤੁਸੀਂ ਹੁਣ ਨਾਮ ਜਪੋ, ਬੜੀ ਅੱਗੇ ਸੇਵਾ ਕੀਤੀ ਹੈ। ਤੇ ਇਹਨਾਂ ਦੋਵਾਂ ਮਹਾਂਪੁਰਖਾਂ ਬੇਨਤੀ ਕੀਤੀ, ਮਹਾਰਾਜ ਹੁਣ ਅਸੀਂ ਆਪਣਾ ਪਰਨ ਕਰ ਚੁੱਕੇ ਹਾਂ, ਕਿਰਪਾ ਕਰੋ ਸਾਨੂੰ ਇਸੇ ਕਾਰਜ ਵਿੱਚ ਕਾਮਯਾਬੀ ਬਖਸ਼ੋ। ਗੁਰੂ ਕੀ ਸਾਧ ਸੰਗਤ ਫਿਰ ਉੱਥੇ 35,000 ਜਿਹੜਾ ਹੈ ਮੁਸਲਮਾਨ ਜਿਹੜਾ ਮਾਰਿਆ ਗਿਆ, ਤੇ 1273 ਜਿਹੜਾ ਸਿੱਖ ਸ਼ਹੀਦ ਹੋਇਆ ਹੈ। ਬਹੁਤ ਵੱਡਾ ਘਮਸਾਨ ਹੋਇਆ। ਅੱਜ ਵੀ ਗੌ ਦੇ ਨਾਲ ਜਾ ਕੇ ਉੱਥੇ ਦਰਸ਼ਨ ਕਰੀਏ ਤੇ ਇਹ ਮਹਿਸੂਸ ਹੁੰਦਾ ਹੈ ਕਿ ਵਾਕਿਆ ਇਹ ਸ਼ਹੀਦਾਂ ਦੀ ਇਹ ਜਗ੍ਹਾ ਬਹੁਤ ਵੱਡੀ ਸ਼ਕਤੀ ਵਾਲੀ ਹੈ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਫਿਰ ਉਸ ਜੰਗ ਦੇ ਵਿੱਚ ਬਾਬਾ ਜੇਠਾ ਜੀ ਜਿਹੜੇ ਸਨ, ਜਿਹੜਾ ਟਿੱਬਾ ਸਾਹਿਬ ਗੁਰਦੁਆਰਾ ਆਪ ਮਹਾਂਪੁਰਖ ਸੰਗਤਾਂ ਜਾਣਦੀਆਂ ਹੋ, ਉਹਦੇ ਨੇੜੇ ਹੀ ਉੱਥੇ ਸ਼ਹੀਦੀ ਪਾ ਗਏ। ਤੇ ਬਾਬਾ ਸਿਲਵਰਾ ਜੀ ਦਾ ਜਿਹੜਾ ਸੀਸ ਸੀ ਇਹ ਧੜ ਨਾਲੋਂ ਵੱਖਰਾ ਹੋ ਗਿਆ। ਪਰ ਐਸ ਜਿਹੜੀ ਹੁਣ ਲਿਖਤ ਬਣੀ ਤੀਜੀ ਵਾਰ, ਉਹਦੇ ਵਿੱਚ ਸਾਨੂੰ ਹਵਾਲਾ ਮਿਲਿਆ ਹੈ। ਇਹ ਮਾਲਵੇ ਦੀ ਧਰਤੀ ਤੋਂ ਇੱਕ ਬਹੁਤ ਵੱਡੀ ਲਿਖਤ ਮਿਲੀ ਹੈ। ਉਹ ਤੋਂ ਪਤਾ ਲੱਗਾ ਬਾਬਾ ਜੀ ਨੇ ਵੀ ਬਾਬਾ ਦੀਪ ਸਿੰਘ ਵਾਂਗੂ ਸੀਸ ਆਪਣੇ ਹੱਥ 'ਤੇ ਚੁੱਕ ਲਿਆ ਤੇ ਕੂਹਾਂ ਤੱਕ ਵੈਰੀਆਂ ਦਾ ਪਿੱਛਾ ਕੀਤਾ ਹੈ। ਤੇ ਉੱਥੇ ਜਦੋਂ ਜੰਗ ਦੀ ਫਤਿਹ ਹੋ ਗਈ ਤੇ ਬਾਬਾ ਡੋਗਰ ਮਹਾਬਲੀ ਜੀ ਨੂੰ ਕਹਿਣ ਲੱਗੇ, ਜਿੰਨੀ ਆਪਣੀ ਸੇਵਾ ਮਹਾਰਾਜ ਨੇ ਕਰਵਾਉਣੀ ਸੀ, ਕਾਰਜ ਫਤਿਹ ਹੋ ਗਿਆ, ਹੁਣ ਕੋਈ ਵੈਰੀ ਸਾਹਮਣੇ ਨਜ਼ਰ ਨਹੀਂ ਆ ਰਿਹਾ, ਇੱਥੇ ਆਪਾਂ ਸਰੀਰ ਸ਼ਾਂਤ ਕਰ ਦਈਏ। ਆਪਣਾ ਸੀਸ ਉੱਤੇ ਟਿਕਾ ਦਿੱਤਾ। ਕੁਝ ਸਕਿੰਟ ਪਹਿਲਾਂ ਬਾਬਾ ਡੋਗਰ ਮਹਾਬਲੀ ਜੀ ਨੇ ਆਪਣਾ ਸਰੀਰ ਛੱਡਿਆ, ਬਾਅਦ ਵਿੱਚ ਬਾਬਾ ਜੀ ਸਰੀਰ ਸ਼ਾਂਤ ਕਰ ਗਏ। ਤੇ ਗੁਰੂ ਕੀ ਸਾਧ ਸੰਗਤ ਉੱਥੇ ਇੱਕ ਅਜਬ ਕਹਾਣੀ ਜਿਹੜੀ ਇਹ ਵਰਤੀ ਹੈ ਕਿ ਮਹਾਂਪੁਰਖਾਂ ਦੇ ਸਰੀਰਾਂ ਲਾਗੇ 3 ਜਾਨਵਰ ਆ ਕੇ ਬੈਠੇ ਰਹੇ। ਇੱਕ ਸ਼ੇਰ ਹੈ, ਇੱਕ ਸੱਪ ਹੈ ਤੇ ਇੱਕ ਬਾਜ ਹੈ। ਤੇ ਜਦੋਂ ਮਹਾਰਾਜ ਜੀ ਸਾਰੀ ਕਾਰਵਾਈ ਕਰਕੇ ਗੁਰੂ ਸਾਹਿਬ ਤੋਂ ਉੱਥੋਂ ਦੀ ਜੋ ਸਾਂਭ ਸੰਭਾਲ ਸੀ, ਆਪ ਜਾਣਦੇ ਹੋ, ਇਸ ਧਰਤੀ ਦੇ ਜੰਗਲ ਵਿੱਚ ਆਏ ਹਨ। ਤੇ ਅੱਗੇ ਮਹਾਂਪੁਰਖਾਂ ਦੇ ਸਰੀਰਾਂ ਕੋਲ ਪਹੁੰਚੇ ਤੇ ਸਿੱਖ ਵੇਖ ਕੇ ਹੈਰਾਨ ਹੋ ਗਏ ਨਾਲ ਦੇ, ਮਹਾਰਾਜ ਇਹ ਕੀ ਕਾਰਨ ਬਣਿਆ, ਲਾਗੇ ਮਾਰੂ 3 ਜਾਨਵਰ ਬੈਠੇ ਹਨ। ਸਤਿਗੁਰੂ ਜੀ ਕਹਿੰਦੇ, ਜਿਹੜੇ ਕਾਰਜ ਨੂੰ ਆਏ ਹਾਂ ਇਹ ਕਰਨ ਤੋਂ ਬਾਅਦ ਤੁਹਾਨੂੰ ਦੱਸਿਆ ਜਾਵੇਗਾ। ਤੇ ਗੁਰੂ ਕੀ ਸਾਧ ਸੰਗਤ ਮਹਾਂਪੁਰਖਾਂ ਨੇ ਆਪਣੀ ਹੱਥੀਂ ਦੋਵਾਂ ਮਹਾਂਪੁਰਖਾਂ ਦਾ ਸੰਸਕਾਰ ਅੰਤਮ ਜਿਹੜਾ ਉਹ ਆਪ ਕੀਤਾ ਹੈ। ਤੇ ਉਸ ਵੇਲੇ ਜਾਨਵਰਾਂ ਨੇ ਸਰੀਰ ਛੱਡ ਦਿੱਤਾ। ਤੇ ਫਿਰ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਫਿਰ ਉਹਨਾਂ ਦਾ ਵੀ ਹੱਥੀਂ ਸੰਸਕਾਰ ਕੀਤਾ ਹੈ। ਉੱਥੇ ਉਹਨਾਂ ਦਾ ਵੀ ਨਾਲ ਸਥਾਨ ਬਣਿਆ ਹੋਇਆ ਹੈ। ਤੇ ਗੁਰੂ ਕੀ ਸਾਧ ਸੰਗਤ ਫਿਰ ਸਤਿਗੁਰਾਂ ਕਿਹਾ, ਭਾਈ ਇਹ ਪਿਛਲੇ ਜਨਮ ਵਿੱਚ ਵੀ ਗੁਰੂ ਘਰ ਦੀ ਸੇਵਾ ਕਰਦੇ ਰਹੇ, ਕਿਸੇ ਕਾਰਨ ਕੋਈ ਐਸੀ ਕਮੀ ਪੇਸ਼ੀ ਰਹਿ ਜਾਂਦੀ ਹੈ, ਉਹਦੇ ਕਾਰਨ ਦੁਬਾਰਾ ਸਮਾਂ ਇਹਨਾਂ ਨੂੰ ਮਿਲਿਆ ਹੈ, ਇਸ ਜਨਮ ਵਿੱਚ ਆਉਣਾ ਪਿਆ। ਪਰ ਇਹ ਸਾਡੀ ਜ਼ਿੰਮੇਵਾਰੀ ਲੱਗੀ ਹੋਈ ਸੀ, ਸਾਡੇ ਆਉਣ ਤੇ ਇਹਨਾਂ ਦੀ ਕਲਿਆਣ ਹੋਣੀ ਸੀ। ਇਹਨਾਂ ਨੇ ਇੱਥੇ ਆ ਕੇ ਪਹਿਰਾ ਦਿੱਤਾ ਕਿ ਜੰਗਲ ਵਿੱਚ ਮਹਾਂਪੁਰਖਾਂ ਦੇ ਸਰੀਰਾਂ ਦੀ ਕੋਈ ਜਾਨਵਰ ਬੇਅਦਬੀ ਨਾ ਕਰੇ। ਅਸੀਂ ਇੰਨੀ ਸੇਵਾ ਕਰਕੇ ਇਹਨਾਂ ਦੀ ਹਾਜ਼ਰੀ ਭਰ ਲਈਏ। ਇਹ ਤਾਂ ਇੱਥੇ ਆ ਕੇ ਹਾਜ਼ਰ ਹੋਏ। ਚਰਨ ਕਰੋ ਸ੍ਰੀ ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ, ਉਸ ਵੇਲੇ ਵੱਖੋ ਵੱਖ ਇਤਿਹਾਸਕਾਰਾਂ ਨੇ ਵੇਰਵਾ ਦੱਸਿਆ ਹੈ, ਪਰ ਜੋ ਇਸ ਲਿਖਤ ਵਿੱਚੋਂ ਹਵਾਲਾ ਮਿਲਿਆ 1632 ਈਸਵੀ ਦੱਸੀ ਹੈ।
ਉਦੋਂ ਜੋ ਮਹਾਂਪੁਰਖਾਂ ਦੀ ਸ਼ਹੀਦੀ ਹੋਏ 85 ਸਾਲ ਦੀ ਉਮਰ ਜਿਹੜੀ ਪਹਿਲਾਂ ਲਿਖਤ ਵਿੱਚ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ। ਤੇ ਪਹਿਲੇ ਜਨਮ ਦੇ ਵਿੱਚ ਇਹਨਾਂ ਨੂੰ ਐਸਾ ਬਚਨ ਹੋਇਆ ਸੀ ਕਿ 85 ਸਾਲ ਦੀ ਤੀਜੇ ਜਨਮ ਵਿੱਚ ਉਮਰ ਭੋਗਣਗੇ। ਉਹ ਵੀ ਸਮਾਂ ਪੂਰਾ ਹੋ ਜਾਂਦਾ ਹੈ। ਤੇ ਮਹਾਂਪੁਰਖਾਂ ਦੇ ਨਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਭਾਈ ਇੱਕ ਨਗਰ ਵਸਾਉਣਾ ਹੈ, ਕਿਉਂਕਿ ਨਾ ਬੜਾ ਚਿਰ ਮਹਾਰਾਜ ਦਾ ਭਜਨ ਬੰਦਗੀ ਕੀਤੀ ਹੈ, ਜਸ ਕੀਤਾ ਹੈ, ਸੰਗਤਾਂ ਨੂੰ ਤਾਰਨਾ ਕੀਤਾ ਹੈ, 5 ਪਾਤਸ਼ਾਹੀਆਂ ਤੱਕ 6 ਸਰੂਪਾਂ ਤੱਕ ਇਹਨਾਂ 'ਤੇ ਕਿਰਪਾ ਹੋਈ ਹੈ। ਇਸ ਕਰਕੇ ਬਹੁਤ ਵੱਡੀ ਇਹਨਾਂ ਦੀ ਸੰਤ ਮਤ ਦੇ ਸੂਰਬੀਰਤਾ ਦੋਵਾਂ ਗੁਣਾਂ ਵਿੱਚ ਸ਼ਕਤੀ ਵੱਧ ਹੈ। ਤੇ ਇਹਨਾਂ ਦੇ ਨਾਂ 'ਤੇ ਨਗਰ ਵਸਾਉਣਾ ਕਰੀਏ। ਗੁਰੂ ਕੀ ਸਾਧ ਸੰਗਤ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਆਪਣਾ ਪਰਿਵਾਰ ਲੈ ਕੇ ਇੱਥੇ ਆ ਕੇ ਵਸਣਾ ਕਰੋ। ਉਹਨੇ ਪਰਿਵਾਰ ਦਾ ਬਚਨ ਮੰਨ ਕੇ ਸਤਿਵਚਨ ਕਹਿ ਕੇ ਪਰਿਵਾਰ ਉੱਥੇ ਲਿਆਂਦਾ। ਉਹਦੇ ਨਾਂ 'ਤੇ ਮੋੜੀ ਗੱਡੀ ਮਹਾਰਾਜ ਜੀ ਦੇ ਨਾਂ 'ਤੇ ਸੇਲਰਾ ਪਿੰਡ ਵਸਾਇਆ। ਉਹ ਹੁਣ ਇਹ ਗੱਲ ਜਾਪਦੀ ਇਤਿਹਾਸ ਵਿੱਚੋਂ ਕਿ ਜਿਹੜਾ ਬਹੁਤੇ ਪਿੰਡਾਂ ਵਿੱਚ ਭੁਲੇਖਾ ਜਿੱਥੇ ਜਿੱਥੇ ਵੀ ਗਏ ਹਾਂ ਮਹਾਂਪੁਰਖਾਂ ਨੇ ਕਿਰਪਾ ਕਰਕੇ ਨਾਲ ਦਰਸ਼ਨ ਕਰਵਾਏ। ਉਸੇ ਪਿੰਡ ਹੀ ਲੋਕ ਕਹਿੰਦੇ ਸਨ ਪ੍ਰੇਮੀ ਕਿ ਸਾਡੇ ਪਿੰਡ ਬਾਬਾ ਜੀ ਗਊਆਂ ਤੋਂ ਜੰਗ ਕਰਦੇ ਸ਼ਹੀਦ ਹੋ ਗਏ। ਸੋ ਇਸ ਪ੍ਰਕਾਰ ਗਊਆਂ ਵਾਲਾ ਬਚਨ ਆਪ ਜੀ ਸੁਣ ਚੁੱਕੇ ਹੋ। ਪਹਿਲਾਂ ਜੰਗ ਹੋਇਆ ਸ਼ੁਰੂ ਵਿੱਚ, ਹੋਰ ਕਈਆਂ ਥਾਵਾਂ 'ਤੇ ਮਹਾਂਪੁਰਖਾਂ ਨੇ ਜਾ ਕੇ ਤਾਰਨਾ ਕੀਤਾ ਸੰਗਤਾਂ ਨੂੰ, ਜਿਹੜੀਆਂ ਸ਼ਾਹੀ ਫੌਜ ਦੇ ਕੋਲੋਂ ਲੜਕੀਆਂ ਔਰਤਾਂ ਛਡਾਈਆਂ ਤੇ ਇਸੇ ਤਰ੍ਹਾਂ ਗਵਾਂ ਕੋਲੋਂ ਬੁੱਚੜਾਂ ਛਡਾਈਆਂ। ਇਹ ਗਿੱਲਾਂ ਦੇ ਵਿੱਚੋਂ ਸ਼ੇਰ ਗਿੱਲ ਜਿਹੜੇ ਸਨ ਉਸ ਦਿਨ ਤੋਂ ਪ੍ਰਸਿੱਧ ਹੋ ਗਿਆ ਕਿ ਸ਼ੇਰਾਂ ਵਰਗਾ ਹੌਸਲਾ ਦੋ ਮਹਾਂਪੁਰਖਾਂ ਨੇ ਐਡਾ ਵੱਡਾ ਹੌਸਲਾ ਧਾਰ ਕੇ ਅਨੇਕਾਂ ਜ਼ਾਲਮਾਂ ਦਾ ਨਾਸ਼ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ, ਇਹਨਾਂ ਪੂਰਿਆਂ ਦਾ ਇਤਿਹਾਸ ਅਧੂਰੇ ਅਣਜਾਣ ਪਾਪੀ ਜੀਵ ਕੋਲੋਂ ਨਹੀਂ ਪੂਰਾ ਹੋ ਸਕਦਾ। ਇਸ ਪ੍ਰਕਾਰ ਇੰਨੀ ਕੀ ਬੇਨਤੀ ਪ੍ਰਵਾਨ ਕਰਨੀ। ਇਹਨੇ ਸਮੇਂ ਵਿੱਚ ਇਹਨਾਂ ਕੁਝ ਕਹਿੰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਔਗਣਾਂ ਨੂੰ ਨਾ ਚਤਾਰਨਾ, ਅੱਗੇ ਤੋਂ ਸੋਝੀ ਬਖਸ਼ਣੀ, ਪੜ੍ਹਦੇ ਸੁਣਦਿਆਂ ਨੂੰ ਸਤਿਗੁਰੂ ਜੀ ਲਾਹੇਵੰਦ ਕਰਨ, ਧਰਮ ਦਾ ਵਾਧਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਅਮੀਰ ਸਿੰਘ ਜੀ, ਜਿਨ੍ਹਾਂ ਨੇ ਮਹਾਂਪੁਰਖ ਬਾਬਾ ਸੇਲਵਰਾ ਜੀ, ਬਾਬਾ ਡੋਗਰ ਮਹਾਂਬਲੀ ਜੀ, ਬਾਬਾ ਰਾਮ ਸਿੰਘ ਜੀ ਦਾ ਜੋ ਇਤਿਹਾਸ ਲਿਖਿਆ ਹੈ ਕਿ ਜਿੱਥੇ ਵੱਖ-ਵੱਖ ਸਥਾਨਾਂ 'ਤੇ ਨਗਰ ਨੇ, ਉਹ ਆਖਦੇ ਸਨ ਕਿ ਇਸ ਸਥਾਨ 'ਤੇ ਜੰਗ ਹੋਇਆ ਹੈ ਜਾਂ ਦੂਸਰੇ ਆਖਦੇ ਸਥਾਨ 'ਤੇ ਹੋਇਆ ਹੈ। ਉਹ ਸਾਰਾ ਇਤਿਹਾਸ ਆਪ ਜੀ ਨੂੰ ਸਰਵਣ ਕਰਵਾਇਆ ਹੈ, ਜਿਹੜਾ ਇੱਕ ਕਿਤਾਬ ਦੇ ਰੂਪ ਦੇ ਵਿੱਚ ਉਹਨਾਂ ਨੇ ਛਾਪ ਕੇ ਬਾਬਾ ਮੁਖਤਾਰ ਸਿੰਘ ਜੀ ਹੋਣਾ ਨੇ ਛਪਾ ਕਰਕੇ ਸੰਗਤਾਂ ਦੀ ਸੇਵਾ ਵਾਸਤੇ ਇਹ ਕਿਤਾਬ ਜਿਹੜੀ ਉਹ ਛਪਾਈ ਹੈ। ਇਹ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਹੈ। ਜਿੱਥੇ ਆਪ ਸੰਗਤਾਂ ਆਏ ਉੱਥੇ ਬਾਬਾ ਗੁਰਮੇਜ ਸਿੰਘ ਜੀ ਟੋਟੀ ਸਹਿਬਾਜਪੁਰ ਵਾਲੇ ਜੋ ਮਹਾਂਪੁਰਖਾਂ ਦੇ ਜਥੇਦਾਰ ਨੇ, ਉਹ ਵੀ ਆਏ ਨੇ ਆਪਣੇ ਸਾਥੀਆਂ ਸਮੇਤ। ਬਾਬਾ ਭੀਮ ਸਿੰਘ ਜੀ ਦਮਦਮਾ ਸਾਹਿਬ ਵਾਲੇ ਆਪਣੇ ਸਾਥੀਆਂ ਸਮੇਤ ਆਏ ਨੇ। ਜੀ ਆਇਆਂ, ਧੰਨਵਾਦ। ਸੋ ਮੈਂ ਬੇਨਤੀ ਕਰੂੰਗਾ, ਬਹੁਤ ਸਤਿਕਾਰਯੋਗ ਢਾਡੀ ਮਨਵੀਰ ਸਿੰਘ ਜੀ BA ਪਊਵਿੰਡ, ਉਹ ਆਪ ਜੀ ਨੂੰ ਗੁਰੂ ਕਾ ਇਤਿਹਾਸ 1 ਘੰਟੇ ਵਾਸਤੇ ਸਰਵਣ ਕਰਵਾਉਣ।